नगन फिरत जो पाइय जोग, बन का मिर्ग मुकत सब होग। क्या नांगे क्या बांधे चाम, जब नहीं चीनस आत्म राम। रहाओ मूंड मुंडाए जो सिद्ध पाई, मुक्ति पेड़ न गैया काई। बिंद राख जो तरिय पाई, खुसरै क्यों ना परम गत पाई। कहो कबीर सुनो नर पाई, राम नाम बिन किन गत पाई। कहो कबीर सुनो नर भाई, राम नाम बिन किन गत पाई। सो वाहिगुरु जी का खालसा, वाहिगुरु जी की फतेह। सो परम सन्मानयोग जुगो जुग अटल चबर छतर अते तखत दे मालक बाणी के बोहेत, सर्ब सांझीवालता दे प्रतीक शब्द गुरु, दसां ही पातशाहियां दी जोत, धन धन श्री गुरु ग्रंथ साहिब महाराज जी दी पावन पवित्र हजूरी। गुरुद्वारा दमदमा साहिब पातशाही पहली, पातशाही छेवीं महान पवित्र इतिहासक स्थान ते विराजमान और यात्रा कर रही बहुत ही सन्मानयोग गुरु स्वरूप गुरु की साजी नवाजी साध संगत जी, वडभागे हो जो अमृत वेले दी सांभ संभाल करदियां होया नींदर आलस आदि दा तर्क त्याग करके बाकायदा मौसम का मुकाबला करदियां होया उद्यमी बन के आप जी ने गुरु चरना विच पहुँच के गुरु सवारियां तो आशा की वार दे शब्द कीर्तन सरवण करके लाहे प्राप्त किए हैं। सो गुरुदेव आप सारियां संगतां दियां हाज़रियां तिल फुल सेवावां भेटावां अपने दर प्रवान करन। सबना नूं दरों करो नामदान गुरसिੱਖੀ जीवन, अपने चरण कमलों की प्रीत प्रतीत बाणी पढ़न सुनन कंठ करन दा चा बख्शण। आउण वाले समय विच भी इसे प्रकार असी सारे गुरु चरनां विच जुड़ के सतगुरु जी की मेहरामत दे पात्र बनते रहिए। सो उपरंत आप जी ने हुणे हुणे दास पासों जो एक शब्द सरवण किया है साध संगत, गौड़ी राग अंदर भगत कबीर साहब जी का उचारण किया होया ये पवित्र शब्द श्री गुरु ग्रंथ साहब महाराज जी दे पावन अंग 324 ते दर्ज है। बचिया होया समा
ਸਾਰੇ ਰਲ ਮਿਲ ਕੇ ਇਸ ਪਾਵਨ ਸ਼ਬਦ ਨੂੰ ਸਮਝਣ ਦਾ ਯਤਨ ਕਰਾਂਗੇ। ਸੋ ਜਿਤਨੀਆਂ ਵੀ ਸੰਗਤਾਂ ਗੁਰੂ ਚਰਨਾਂ ਵਿੱਚ ਬਰਾਜੀਆਂ ਨੇ, ਜਾਂ ਭਾਈ ਇਹ ਜੋ SMZ ਨਿਊਜ਼ YouTube Facebook ਚੈਨਲ ਹੈ, ਇਹਦੇ ਰਾਹੀਂ ਵੀ ਕੁਝ ਸਰੀਰ ਗੁਰਦੁਆਰਾ ਦਮਦਮਾ ਸਾਹਿਬ ਦੇ ਲਾਈਵ ਦਰਸ਼ਨ ਕਰਦੇ ਨੇ, ਵਿਚਾਰਾਂ ਕੀਰਤਨ ਆਨੰਦ ਮਾਣਦੇ ਨੇ। ਭਾਵੇਂ ਤੁਸੀਂ ਗੁਰੂ ਕੇ ਘਰ ਵਿੱਚ ਬੈਠੇ ਹੋ, ਭਾਵੇਂ ਥੋੜ੍ਹੇ ਦੁਰੇਡੇ ਆਪਣੇ ਘਰਾਂ 'ਚ ਇਲੈਕਟ੍ਰੋਨਿਕ ਮਾਧਿਅਮ ਦੇ ਨਾਲ ਜੁੜੇ ਹੋਏ ਹੋ, ਸਾਰਿਆਂ ਨੂੰ ਹੀ ਬੇਨਤੀ ਹੈ ਭਾਈ ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ। ਸੋ ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਸਾਰੇ ਗੁਰਮੰਤਰ ਦਾ ਉਚਾਰਨ ਕਰੀਏ ਤੇ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ। ਹਾਰਦਿਕ ਧੰਨਵਾਦ ਜੀ। ਤੋ ਸਾਧ ਸੰਗਤ ਜੀ, ਕੋਈ ਜ਼ਮਾਨਾ ਸੀ ਜਦੋਂ ਪ੍ਰਭੂ ਪ੍ਰਾਪਤੀ ਵਾਸਤੇ ਕਈ ਕਿਸਮ ਦੇ ਕਰਮ ਕਾਂਡ ਕੀਤੇ ਜਾਂਦੇ ਸਨ। ਉਹਨਾਂ ਕਰਮ ਕਾਂਡਾਂ ਦੇ ਵਿੱਚ ਇੱਕ ਕਰਮ ਕਾਂਡ ਇਹ ਸੀ ਕਿ ਬਸਤਰ ਧਾਰਨ ਨਾ ਕਰਨੇ, ਬਸਤਰ ਨਹੀਂ ਪਹਿਰਨੇ, ਨਗਨ ਰਹਿਣਾ ਹੈ, ਘੱਟ ਬਸਤਰ ਪਾਣੇ ਨੇ, ਕੇਵਲ ਤਨ ਦੇ ਉੱਤੇ ਇੱਕ ਲੰਗੋਟ ਧਾਰਨ ਕਰਨਾ ਹੈ ਔਰ ਹੋਰ ਬਸਤਰ ਨਹੀਂ ਪਹਿਰਨੇ। ਇਹ ਇੱਕ ਪ੍ਰਭੂ ਪ੍ਰਾਪਤੀ ਦਾ ਸਾਧਨ ਦੱਸਿਆ ਜਾਂਦਾ ਸੀ। ਧਾਰਮਿਕ ਆਗੂਆਂ ਵੱਲੋਂ ਬਾਕਾਇਦਾ ਇਹ ਚੀਜ਼ਾਂ ਕੁਝ ਸੰਪਰਦਾਵਾਂ ਦੇ ਨਿਯਮਾਵਲੀ ਵਿੱਚ ਦਰਜ ਹੋ ਗਈਆਂ ਕਿ ਬਸਤਰ ਨਹੀਂ ਧਾਰਨ ਕਰਨੇ। ਕੁਝ ਸੰਪਰਦਾਵਾਂ ਨੇ ਕਿਹਾ ਵੀ ਬਸਤਰ ਬਹੁਤ ਘੱਟ ਧਾਰਨ ਕਰਨੇ ਨੇ, ਜਿਵੇਂ ਕੇਵਲ ਲੰਗੋਟ ਧਾਰਨ ਕਰਨਾ ਹੈ, ਹੋਰ ਕੋਈ ਬਸਤਰ ਨਹੀਂ ਪਹਿਨਣਾ। ਤੋ ਇਹਦੇ ਨਾਲ ਤੁਹਾਡੀ ਮੁਕਤੀ ਜਲਦੀ ਹੋ ਜਾਏਗੀ, ਤੁਸੀਂ ਜੀਵਨ ਮਨੋਰਥ ਵਿੱਚ ਜਲਦੀ ਸਫਲ ਹੋ ਜਾਓਗੇ। ਇਹ ਇੱਕ ਤਰੀਕਾ ਦੱਸਿਆ ਗਿਆ। ਸਿੱਖੀਜ਼ਮ ਨੇ ਇਸ ਤਰੀਕੇ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ, ਕੰਡੈਮ ਕਰ ਦਿੱਤਾ। ਬਸਤਰ ਨਾ ਪਹਿਰੇ ਅਹਨਸ ਕਹਿ ਰਹੇ। ਤੁਸੀਂ ਵੇਖੋ, ਸਰਦੀ ਦੇ ਇਸ ਮੌਸਮ ਵਿੱਚ ਬਸਤਰ ਉਤਾਰ ਕੇ ਵੇਖੋ, ਜਦੋਂ ਤੁਸੀਂ ਇਸ਼ਨਾਨ ਕਰਨੇ ਆ ਤੇ ਕਿਤਨੀ ਖੇਚਲ ਹੁੰਦੀ ਹੈ ਸਰੀਰ ਨੂੰ। ਤੋ ਜਦੋਂ ਸਾਡੇ ਕੋਲ ਸਾਧਨ ਹੈ ਤਾਂ ਫਿਰ ਖਾਮਖਾ ਖੁਦ ਨੂੰ ਟੌਰਚਰ ਕਿਉਂ ਕੀਤਾ ਜਾਏ। ਔਰ ਫਿਰ ਕਬੀਰ ਸਾਹਿਬ ਮਹਾਰਾਜ ਨੇ ਇੱਕ ਬੜੀ ਸਾਦਾ ਜਿਹੀ ਬੜੇ ਕਮਾਲ ਦੀ ਉਦਾਹਰਨ ਦਿੱਤੀ। ਕਹਿਣ ਲੱਗੇ, ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਜੇ ਮਨੁੱਖ ਨੂੰ ਨੰਗੇ ਰਹਿਣ ਨਾਲ ਮੁਕਤੀ ਪ੍ਰਾਪਤ ਹੁੰਦੀ ਹੋਵੇ ਤੇ ਜਿੰਨੇ ਜੰਗਲਾਂ ਵਿੱਚ ਮ੍ਰਿਗ ਨੇ, ਹਿਰਨ ਨੇ, ਵਾਹਿਗੁਰੂ ਵਾਹਿਗੁਰੂ, ਉਹਨਾਂ ਸਾਰੇ ਹੀ ਜਾਨਵਰਾਂ ਨੂੰ ਮੁਕਤੀ ਮਿਲ ਜਾਣੀ ਚਾਹੀਦੀ ਹੈ। ਪਰ ਐਸਾ ਹੁੰਦਾ ਨਹੀਂ। ਜੇ ਕੇਵਲ ਨਗਨ ਰਹਿਣ ਨਾਲ ਮੁਕਤੀ ਪ੍ਰਾਪਤ ਹੋਵੇ ਤਾਂ ਫਿਰ ਜਿਤਨੇ ਜੀਵ ਜੰਤੂ ਨੇ ਭਾਈ, ਉਹ ਤੇ ਜਿਸ ਤਰ੍ਹਾਂ ਨਿਰੰਕਾਰ ਉਹਨਾਂ ਨੂੰ ਪੈਦਾ ਕਰਦਾ ਹੈ ਉਸ ਤਰ੍ਹਾਂ ਜ਼ਿੰਦਗੀ ਬਸ਼ਰ ਕਰਦੇ ਨੇ। ਉਹਨਾਂ ਕੋਲ ਕੋਈ ਬਸਤਰ ਨਹੀਂ ਹੁੰਦੇ, ਕੋਈ ਆਰ ਪਾਰ ਨਹੀਂ ਕਰਦਾ, ਸਿਵਾਏ ਇਸ ਮਨੁੱਖ ਦੇ ਕਿਸੇ ਵੀ ਜੂਨ ਨੇ ਕੱਪੜਿਆਂ ਦੇ ਕਾਰਖਾਨੇ ਈਜਾਦ ਨਹੀਂ ਕੀਤੇ। ਇਨਸਾਨ ਨੇ ਲੱਖਾਂ ਕਾਰਖਾਨੇ ਈਜਾਦ ਕੀਤੇ ਨੇ, ਕਰੋੜਾਂ ਉਹਦੇ ਵਿੱਚ ਵਰਕਰ ਕੰਮ ਕਰਦੇ ਨੇ। ਉੱਤਮ ਤੋਂ ਉੱਤਮ ਕੱਪੜੇ ਜਿਹੜੇ ਨੇ ਉਹ ਤਿਆਰ ਕੀਤੇ ਜਾਂਦੇ ਨੇ। ਬਈ ਕਿਉਂ ਨਾ ਤਿਆਰ ਕੀਤੇ ਜਾਣ, ਸ਼ਾਨ ਮਾਰੇ ਔਰ ਕੋ
बेशान मारे आपको। जदों तुसी अच्छा कपड़ा पाते हो तुहाडी शान बनती है, बड़ी चंगी गल है। ये बस्तर गर्मी सर्दी का मुकाबला करता है, ये साडा नगेज ढकदा है। इसलिए सिखिज़म ने कहा जम जम के सोहने कपड़े पाओ, कोई हर्ज नहीं। पर कुछ लोगों ने सिद्धांत बनाए भी भाई नंगे रहना। साडे देश विच ते दो मत ने, इक्को ही मत है, उहदे दो हिस्से ने। एक दा नां दिगंबर है, दूसरे दा नां श्वेतंबर है। शुरू विच ते इक्को ही फिरका सी ते हुक्म यह सी भी बस्तर नहीं पाने। उहदे पिछे उन्हां दा अपना फलसफा है। पर उहदे विचों फिर दो फिरके बन गए, लंबी कहानी है। एक बिल्कुल अल्फ नंगे रहन लग पे ते एक जिहड़े सन वो श्वेत रंग के कपड़े धारण करने ने। जे करने ने होर कोई कलर जिहड़ा है वो चूज नहीं करना, वो नहीं पाना। जिहड़े बिल्कुल नहीं पाते उन्होंने दिगंबर कहते ने, जिहड़े पाते ने सफेद रंग के बस्तर उन्होंने श्वेतंबर कहते हैं। ये गल वक्री है भी तुसी बाजार विच जाओ तो तुहानू बजाज दीयां दुकानां विचों कई दुकानां इस तरह दीयां भी मिलणगीਆਂ जिथे लिखिया होवेगा दिगंबर क्लॉथ हाउस। हुण कोई पुछे भी तू तो दिगंबर है, तू तो कपड़े पाण विच पवाण विच विश्वास ही नहीं रखदा, तू कपड़ियां दी दुकान पा के बैठा है। तो कदी कदी इस तरह भी हुंदा भी सिख नूं ये नहीं पता हुंदा भी सिख की परिभाषा की है। मैनूं खिमा करना, तुसी एक्सपैरीमेंट कर लो, इत्थे डायरी लैके खड़े हो जाओ, आउंदी जांदी संगत नूं पुछो भी प्रेमियों रोज़ मत्था टेकण आउंदे हो, कृपा करके दसो सिख की परिभाषा की है, डेफिनेशन की है सिख की। मैनूं नहीं लगदा टावियां नूं छड्ड के सारे दस पाण। कई बार खुद दिगंबर नूं नहीं पता हुंदा भी दिगंबर की परिभाषा की है, वो कपड़ियां की दुकान खोल के बैठा हुंदा दिगंबर क्लॉथ हाउस। तो क्लॉथ हाउस खोल पर उहदे नाल दिगंबर पूंज दे। दिगंबर दा अर्थ है जिहड़ा कपड़े नहीं पांदा, जिसदा ये यकीन है भी कपड़े पाना प्रभु की प्राप्ति दे विच अड़िक्का लगदा है। फिर तू क्यों अड़िक्का लाना है? तो इहदे पिछे जिहड़ी भावना सी ना प्रेमियों, वो सी अहिंसा परमो धर्म। जदों नौवें पातशाह का 300 साला शहीदी जोड़ मेला मनाया गया ना, तो शिरोमणी गुरुद्वारा प्रबंधक कमेटी ने कौम के सारे विद्वानां नूं हदायत की भाई जिन्नी जिन्नी किसी समर्था है ना वो आर्टिकल लिखो। एक विशेष गुरमत प्रकाश इस महीने छपेगा नौवें पातशाह के शहीदी जोड़ मेले के 300 साल के संबंध। दैवनेत अज तो लगभग 20-25 साल पहला वो मेरे हाथ लग गया, तो उन्होंने मैं जिल्द जुल्द चढ़ा के बड़ा साम के रखा है। बड़े कमाल के आर्टिकल ने उहदे विच एक लेख है सरदार ईसर सिंह मजैल ते सरदार शमशेर सिंह अशोक, ये दोवें सिख स्कॉलर सन। ईसर सिंह मजैल ते मंत्री भी बने। उन्हां दा एक संवाद जिहड़ा है उस किताब दे विच लिखिया, मैनूं उस आर्टिकल दा हुण नाम विसर गया है, पर मैनूं वो सारी डिबेट सारा वार्तालाप चेता है। सरदार ईसर सिंह मजैल कहंदे ने भी मैनूं शमशेर सिंह अशोक ने घटना दसी भी गुजरात के एक बहुत वड्डे शहर दे चौंक दे विच, शहर का बहुत वड्डा चौंक, छोटी जी पार्क बनी हुई, गोलदारा है, आले दुआले बड़ी ट्रैफिक है। सर्दियों के दिन कई दिनों तो सूरज नहीं निकलिया, अज निकलिया, तिखी धुप निकली। एक फकीर उस पार्क विच बैठा होया, उन्हें थोड़ियां छिलना कख कट्ठे करके अग लाई भी सेक ना वा। वो अग सेकन लग पिया
ਹੌਲੀ ਹੌਲੀ ਉਹਦੇ ਸਰੀਰ ਨੂੰ ਨਿੱਘ ਆਇਆ। ਉਹਨੂੰ ਇਸ ਤਰ੍ਹਾਂ ਲੱਗਾ ਵੀ ਜਿਵੇਂ ਮੇਰੇ ਤਨ ਦੇ ਉੱਤੇ ਖੁਰਕ ਹੁੰਦੀ ਏ। ਉਹਨੂੰ ਸਮਝਦਿਆਂ ਦੇਰ ਨਾ ਲੱਗੀ ਵੀ ਮੈਨੂੰ ਖੁਰਕ ਕਿਉਂ ਹੁੰਦੀ ਏ। ਉਹਨੇ ਆਪਣੇ ਤਨ ਦਾ ਜਿਹੜਾ ਉਹ ਚੋਗਾ ਸੀ ਨਾ ਉਹ ਉਤਾਰ ਲਿਆ। ਉਤਾਰਨ ਲੱਗਿਆ ਪੁੱਠਾ ਹੋ ਗਿਆ। ਪੁੱਠੇ ਚੋਲੇ ਦੀਆਂ ਜਿਹੜੀਆਂ ਅੰਦਰ ਸੀਣਾ ਹੁੰਦੀਆਂ ਨੇ, ਇੰਟਰਲੋਕ ਨਾ ਹੋਈਆਂ ਹੋਣ ਤੇ ਹੋਰ ਤਰ੍ਹਾਂ ਹੁੰਦੀਆਂ ਨੇ, ਉਹਦੇ ਵਿੱਚ ਗੌਰ ਨਾਲ ਉਹਨੇ ਵੇਖਿਆ ਵੀ ਉਹਦੇ 'ਚ ਜੂਆਂ ਪਈਆਂ ਸਨ। ਤਾਂ ਉਹ ਫਕੀਰ ਕੀ ਕਰਨ ਲੱਗਾ, ਉਸ ਅੱਗ ਦੇ ਧੂਏ ਕੋਲ ਬੈਠ ਗਿਆ, ਪੁੱਠੇ ਚੋਲੇ 'ਚੋਂ ਇੱਕ ਇੱਕ ਕਰਕੇ ਜੂੰ ਕੱਢਦਾ ਗਿਆ ਤੇ ਉਸ ਅੱਗ ਦੇ ਵਿੱਚ ਸੁੱਟਦਾ ਗਿਆ। ਕੋਈ ਜੈਨੀ ਦੇਖ ਰਿਹਾ ਸੀ, ਉਹ ਦੌੜਿਆ ਆਇਆ, ਆਖਣ ਲੱਗਾ ਇਹ ਕੀ ਕਰ ਰਿਹਾ। ਉਹ ਕਹਿਣ ਲੱਗਾ ਤੂੰ ਦੇਖ ਹੀ ਰਿਹਾ ਮੈਂ ਕੀ ਕਰ ਰਿਹਾ। ਉਹ ਕਹਿਣ ਲੱਗਾ ਪਰ ਤੈਨੂੰ ਪਤਾ ਨਹੀਂ ਇਹ ਬਹੁਤ ਪਾਪ ਹੈ। ਤੂੰ ਜੂਆਂ ਨੂੰ ਪਕੜ ਪਕੜ ਕੇ ਜਿਉਂਦੀਆਂ ਨੂੰ ਹੀ ਉਹ ਅੱਗ ਦੇ ਵਿੱਚ ਸੁੱਟ ਰਿਹਾ ਹੈ, ਇਹ ਤੇ ਬੜਾ ਵੱਡਾ ਪਾਪ ਹੈ, ਗੁਨਾਹ ਹੈ, ਤੂੰ ਹੱਤਿਆ ਕਰ ਰਿਹਾ। ਉਹਨੇ ਆਪਣੀ ਫਿਲਾਸਫੀ ਝਾੜੀ, ਜੀਵ ਭਾਵੇਂ ਜੂੰ ਹੈ ਭਾਵੇਂ ਹਾਥੀ ਹੈ, ਆਤਮਾ ਸਾਰਿਆਂ 'ਚ ਇੱਕੋ ਜਿਹੀ ਹੈ। ਇਤਿਆਦ ਇਸ ਤਰ੍ਹਾਂ ਦਾ ਕੁਝ ਹੋਰ ਫਲਸਫਾ ਜਿੰਨਾ ਕੁ ਉਹਨੂੰ ਆਉਂਦਾ ਸੀ ਉਹਨੇ ਝਾੜਿਆ ਬਈ ਇਹ ਤੇ ਬੜਾ ਗੁਨਾਹ ਕਰ ਰਿਹਾ, ਬੜਾ ਪਾਪ ਕਰ ਰਿਹਾ। ਉਹ ਫਕੀਰ ਕਹਿਣ ਲੱਗਾ ਵੀ ਮਿੱਤਰਾ ਗੱਲ ਇਹ ਹੈ ਵੀ ਇਹ ਮੇਰਾ ਲਹੂ ਪੀਂਦੀਆਂ ਨੇ, ਮੈਨੂੰ ਤੰਗ ਕਰਦੀਆਂ ਨੇ, ਖੁਰਕ ਕਰਦੀਆਂ ਨੇ, ਮੇਰੇ ਕੋਲ ਕੋਈ ਹੋਰ ਚਾਰਾ ਨਹੀਂਗਾ। ਤਾਂ ਉਹਨੇ ਉਹਨੂੰ ਕੁਛ ਲਾਲਚ ਦਿੱਤਾ ਵੀ ਤੈਨੂੰ ਮੈਂ ਕੁਝ ਪੈਸੇ ਦੇਣਾ, ਤੂੰ ਜੂਆਂ ਨਾ ਮਾਰ। ਉਹ ਨਹੀਂ ਮੰਨਿਆ। ਫਿਰ ਉਹਨੇ ਹੋਰ ਲਾਲਚ ਵਧਾਇਆ, ਹੋਰ ਵਧਾਇਆ। ਤਾਂ ਓੜਕ ਉਹਨੇ ਕਿਹਾ ਵੀ ਤੂੰ ਮੇਰੇ ਨਾਲ ਚੱਲ, ਮੈਂ ਤੈਨੂੰ ਨਵਾਂ ਚੋਗਾ ਪ੍ਰਬੰਧ ਕਰ ਦੇਣਾ, ਕੱਪੜਾ ਲੈ ਕੇ ਸਵਾ ਦੇਣਾ, ਔਰ ਤੂੰ ਇਹਨਾਂ ਜੂਆਂ ਨੂੰ ਨਾ ਮਾਰ। ਆਖਰ ਉਹ ਫਕੀਰ ਮੰਨ ਗਿਆ ਤੇ ਉਹ ਪੁਰਾਣਾ ਮੈਲਾ ਕੁਚੈਲਾ ਚੋਗਾ ਅੱਗ ਵਿੱਚ ਪਾਉਣ ਦੀ ਬਜਾਏ ਉਸੇ ਪਾਰਕ 'ਚ ਇੱਕ ਪਾਸੇ ਉਹਨੇ ਜੂਆਂ ਦੇ ਵਸੇਬੇ ਵਾਸਤੇ ਸੁੱਟ ਦਿੱਤਾ। ਹੁਣ ਜਿਸ ਦੇਸ਼ ਵਿੱਚ ਦਇਆ ਇਸ ਕਦਰ ਭਰਮ ਬਣ ਜਾਏ, ਉੱਥੇ ਫਿਰ ਮੁਹੰਮਦ ਬਿਨ ਕਾਸਿਮ ਕੇਵਲ 30 ਘੋੜਸਵਾਰਾਂ ਨੂੰ ਨਾਲ ਲੈ ਕੇ ਆਇਆ ਔਰ ਲੁੱਟ ਕੇ ਚਲਾ ਗਿਆ। ਕੇਵਲ 30 ਸਵਾਰ ਮੁਹੰਮਦ ਬਿਨ ਕਾਸਿਮ। ਇੱਕ ਵਾਰਾਂ ਤੇ ਇਸ ਤਰ੍ਹਾਂ ਵੀ ਕੀਤਾ ਇਹਨਾਂ ਨੇ, ਅੱਗੇ ਗਾਵਾਂ ਦਾ ਝੁੰਡ ਲਾ ਦਿੱਤਾ। ਫੌਜ ਦੇ ਅੱਗੇ ਗਾਵਾਂ ਇਕੱਠੀਆਂ ਕਰਕੇ ਲਾ ਦਿੱਤੀਆਂ, ਅੱਗੇ ਅੱਗੇ ਗਾਵਾਂ ਨੂੰ ਡੰਡੇ ਮਾਰਦੇ ਹੋਣ, ਹਿੱਕਦੇ ਹੋਣ, ਪਿੱਛੇ ਪਿੱਛੇ ਆਪ, ਔਰ ਅੱਗੋਂ ਸਾਰਾ ਸਾਡਾ ਸਮਾਜ ਹਟਦਾ ਜੇ ਵੀ ਸਾਡੀ ਮਾਂ ਆ ਰਹੀ ਹੈ, ਵੀ ਇਹਨਾਂ ਨੂੰ ਰੋਕਣਾ ਨਹੀਂ, ਹਟ, ਔਰ ਲੁੱਟ ਕੇ ਲੈ ਗਏ। ਜਿੱਥੇ ਕੁਝ ਇਸ ਤਰ੍ਹਾਂ ਦੀ ਵਹਿਮ ਪ੍ਰਸਤੀ ਬਣ ਜਾਏ ਧਰਮ ਦੇ ਨਾਂ ਦੇ ਉੱਤੇ, ਅਹਿੰਸਾ ਪਰਮੋ ਧਰਮ ਦੇ ਨਾਂ ਦੇ ਉੱਤੇ, ਇਸ ਕਦਰ ਦਇਆ ਦੇ ਨਾਂ ਦੇ ਉੱਤੇ ਅਸੀਂ ਵਹਿਮ ਪ੍ਰਸਤੀ ਦਾ ਸ਼ਿਕਾਰ ਹੋ ਜਾਈਏ, ਫਿਰ ਗੁਰਮਤ ਨੂੰ ਕਹਿਣਾ ਪੈਂਦਾ ਵੀ ਇਹ ਗਲਤ ਹੈ। ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਮਾਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ। ਵੇਖੋ ਇਹਦੇ ਚ ਦਇਆ ਵੀ ਆ ਗਈ ਹੈ। ਹੁਣ ਇਹਨੂੰ ਕਲੇਸ਼ ਨਾ ਸਮਝਣਾ, ਕਿਤੇ ਤੇ ਕਹਿ ਰਹੇ ਨੇ ਧੌਲ ਧਰਮ ਦਇਆ ਕਾ ਪੂਤ, ਇੱਥੇ ਕਹਿ ਰਹੇ ਨੇ ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ। ਉੱਥੇ ਹੁਣ ਇਸ ਦਇਆ ਨੂੰ 10ਵੇਂ ਜਾਮੇ ਚ ਕਹਿ ਰਹੇ ਨੇ ਇਹ ਵਹਿਮ ਪ੍ਰਸਤੀ ਦੀ ਦਇਆ ਨੂੰ ਨਹੀਂ ਪਾਲਣਾ। ਉੱਥੇ ਦਇਆ ਨੂੰ ਧਰਮ ਦੀ ਮਾਂ ਕਹਿ ਰਹੇ ਨੇ, ਸਾਨੂੰ ਸਮਝਾ ਰਹੇ ਨੇ ਦਿਆਲੂ ਹੋਣੇ ਚਾਹੀਦੇ ਹੋ ਤੁਸੀਂ। ਜੇ ਮਾਂ ਹੀ ਨਹੀਂ ਤੇ ਪੁੱਤਰ ਦਾ ਜਨਮ ਕਿੱਥੋਂ ਹੋਵੇਗਾ? ਦਇਆ ਨੂੰ ਪੈਦਾ ਕਰੋ ਅੰਦਰ ਤਾਂ ਕਿ ਧਰਮ ਦਾ ਜਨਮ ਹੋ ਸਕੇ। ਇੱਥੇ ਕਹਿ ਰਹੇ ਨੇ ਦਇਆ ਵੱਲ ਵੇਖਣਾ ਹੀ ਨਹੀਂ। ਕਿਹੜੀ ਦਇਆ? ਇਹ ਜਿਹੜੀ ਸਰੇਵੜਿਆਂ ਵਾਲੀ ਦਇਆ। ਤੋ ਇਹ ਸੀ ਵਹਿਮ ਪ੍ਰਸਤੀ ਬਸਤਰ ਨਾ ਪੈਰਨ ਦੇ ਪਿੱਛੇ। ਗੁਰੂ ਨਾਨਕ ਸਾਹਿਬ ਨੇ ਆਖਿਆ ਬਸਤਰ ਨਾ ਪਹਿਰੈ ਇਹ ਨਿਸ ਕਹਿ ਰਹਿ। ਇਹ ਨਿਸ ਦਿਨ ਰਾਤ ਕਹਿਰ ਹੁੰਦਾ ਹੈ, ਤਕਲੀਫ ਹੁੰਦੀ ਹੈ, ਖੇਚਲ ਹੁੰਦੀ ਹੈ ਸਰੀਰ ਨੂੰ। ਫਿਰ ਮੋਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ, ਪੱਗ ਊਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਸ਼ਾਈ ਪਾਈ, ਮੂਰਖ ਅੰਧੈ ਪਤ ਗਵਾਈ, ਬਿਨ ਨਾਵੇਂ ਕਿਛ ਥਾਏ ਨਾ ਪਾਈ, ਰਹਿ ਬਿਬਾਣੀ ਮੜੀ ਮਸਾਣੀ, ਅੰਧ ਨਾ ਜਾਣੈ ਫਿਰ ਪਛਤਾਣੀ, ਸਤਿਗੁਰ ਭੇਟੈ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ।
तो साडे ना एक निचोड़ है सिखिज्म विच, मैਡੀਟੇਸ਼ਨ ही सब कर्मां दे उत्ते कर्म है। जदों महाराज पाठ पढ़िओ और वेद विचारिओ वाली अष्टपदी च कंडैम करन लगदे ने, कर्म कांडां नूं कंडैम करी तुरे जांदे ने, करी तुरे जांदे ने, करी तुरे जांदे ने, करी तुरे जांदे ने, ते फिर तोड़ा कित्थे चढ़दे ने? फिर कहंदे ने हर कीरत साध संगत है, सिर कर्मन कै कर्मा। सारियां तो श्रोमणी काम यह है भी संगत विच जुड़ के हरी दी कीर्ति कर, बाकी सारे काम इहदे थल्ले रह जाणगे, तैनूं कुछ करन दी लोड़ नहीं। हर कीरत हरी दी कीर्ति प्लस साध संगत मल्टीप्लाई हो जाएगा। सारा दिन तुसी खेचल करो, इट्टां फड़ाओ, मजदूरी करो, शाम नूं मालिक 500 रुपया देगा। मल्टीप्लाई किवें हुंदा प्यारिओ? घर बैठ के ਉਹਦਾ लाभ ਹੁੰਦਾ है, संगत ਵਿੱਚ आ के ਉਹਦਾ लाभ मल्टीप्लाई ਹੁੰਦਾ। किवें ਹੁੰਦਾ है जी? सारा दिन तुसी मजदूरी करो, फॉर एग्जाम्पल, तो 500 रुपया हथ ते शाम नूं टका देगा, बई तेरे इन्ने ही बनते ने। पर जे किते दैवनेत इहो ही मजदूर अमेरिका पहुंच जाए, फॉर एग्जाम्पल $20 घंटे दे 10 घंटे खेचल की $200, हुण कर लो 75 नाल गुणा, 15,000 रुपया। संगत विच आके मल्टीप्लाई हो जाता है काम। तुसी बाणी पढ़ो, सिमरन करो, कीर्तन सुनो, कथा सुनो। हर कीरत साध संगत है, सिर कर्मन कै कर्मा। ये श्रोमणी कर्म हो जाता है। कहो नानक तिस भयो प्रापत, जिस पुरब लिखे का लेना। साध संगत जी, जदों कोई गल रोज रोज कहीए ना तो वह वजन घट जाता है, वो असरदार नहीं रहिंदी, रैपूटेशन दोष हो जाता है, इसलिए सानू प्रभावित नहीं करती। पर यह हकीकत है, बिना भागां तो संगत विच नहीं बैठा जाता। ये उहदी बड़ी महान जिहदे ते बख्शिश होवे, फिर उहनूं ये अवसर मिलता है, उहदा मन बनता है, उहदे मन विच इस तरह का संकल्प आउंदा है। तो श्रोमणी कर्म ना, ये तमाम कर्म कंडैम कीते, पाठ पढ़िओ और वेद विचारिओ, निवल भुअंगम साधे, पंच जना स्यों संग न छुटक्यो, अधिक अहम बुद्ध बांधे प्यारे, इन बिद मिलन न जाई, मैं किए कर्म अनेका, हार पर्यो स्वामी के द्वारे, दीजै बुद्ध विवेका, मोन भयो करपाती। इत्थे मैं एक बेनती करदे हां, प्रचलित पाठ है मोन भयो करपाती रहियो, नहीं मोन नन्ने नूं हुशियारी है, इत्थे रुक जाओ। ये अपने आप च एक वखरा कर्म कांड है। मौन भयो कहण दी लोड़ नहीं। क्यों लोड़ नहीं? क्योंकि नन्ने नूं हुशियारी लग गई है। मौन भयो करपाती रहो नगन, फिरियो बन माही, इदा पाठ करना है। तो गलत पाठ हुंदा, 99% विश्राम गलत दिता जाता है। ये भी मैरिज करते हैं। तट तीरथ ए धरती भ्रमियो, दुबदा छुटके नाही। और फिर सारा कुछ कह के अंत में जिहड़ा बचन तोड़ा झाड़ते हैं, वो एक बार तुसी भी मेरे नाल रसना पवित्र करो ते आखो, हर कीरत साध संगत है, हर कीरत साध संगत है, हर कीर साध संगत है, हर कीरत सिर कर मन कै कर्मा, सिर कर मन कै कर्मा। सिर कर मन कै कर्मा, सिर कर मन कै कर्मा। कहो नानक तिस भयो परापत, कहो नानक तिस भयो परापत।
ਕਹੋ ਨਾਨਕ ਤਿਸ ਭਇਓ ਪਰਾਪਤ। ਕਹੋ ਨਾਨਕ ਤਿਸ ਭਇਓ ਪਰਾਪਤ। ਜਿਸ ਪੁਰਬ ਲਿਖੇ ਕਾ ਲੈਣਾ। ਜਿਸ ਪੁਰਬ ਲਿਖੇ ਕਾ ਲੈਣਾ। ਜਿਸ ਪੁਰਬ ਲਿਖੇ ਕਾ। ਜਿਸ ਪੁਰਬ ਲਿਖੇ ਕਾ ਲੈਣਾ। ਜਿਸ ਪੁਰਬ ਲਿਖੇ ਕਾ ਲੈਣਾ। ਜਿਸ ਸਾਡੇ ਵਾਸਤੇ ਸਭ ਤੋਂ ਸ਼੍ਰੋਮਣੀ ਕਰਮ ਇਹੀ ਹੈ ਵੀ ਸੰਗਤ ਵਿੱਚ ਜੁੜੀਏ। ਸਾਨੂੰ ਜੋ ਹਜ਼ੂਰ ਨੇ ਗੁਰਮੰਤਰ ਤੇ ਮੂਲ ਮੰਤਰ ਦਿੱਤਾ ਉਹਦਾ ਅਧਿਐਨ ਕਰੀਏ। ਕਬੀਰ ਸਾਹਿਬ ਆਰੰਭ ਵਿੱਚ ਕਹਿੰਦੇ ਨੇ, ਨਗਨ ਫਿਰਤ ਜੋ ਪਾਈਐ ਜੋਗ। ਜੋਗ ਦੇ ਅਰਥ ਹੁੰਦੇ ਨੇ ਜੋੜ। ਭਾਈ ਜੇ ਨੰਗੇ ਰਹਿਣ ਨਾਲ ਆਤਮਾ ਦਾ ਪਰਮਾਤਮਾ ਨਾਲ ਜੋੜ ਹੁੰਦਾ ਹੋਵੇ, ਬਲਾਪ ਹੁੰਦਾ ਹੋਵੇ, ਪ੍ਰਾਪਤੀ ਹੁੰਦੀ ਹੋਵੇ, ਤਾਂ ਤੇ ਫਿਰ ਸਾਰੇ ਜੰਗਲਾਂ ਦੇ ਹਿਰਨ ਜਿਹੜੇ ਨੇ ਉਹਨਾਂ ਨੂੰ ਮਿਲਾਪ ਹੋ ਜਾਣਾ ਸੀ। ਉਹ ਤੇ ਨੰਗੇ ਹੀ ਰਹਿੰਦੇ ਨੇ। ਜਾਂ ਇੰਜ ਕਹਿ ਲਈਏ ਵੀ ਜਿਤਨੇ ਵੀ ਜੀਵ ਨੰਗੇ ਰਹਿੰਦੇ ਨੇ ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਣੀ ਚਾਹੀਦੀ ਸੀ, ਪਰ ਐਸਾ ਹੁੰਦਾ ਨਹੀਂ। ਬਨ ਕਾ ਮਿਰਗ ਮੁਕਤ ਸਭ ਹੋਗ। ਫਿਰ ਤੇ ਜੰਗਲਾਂ ਦੇ ਜਿੰਨੇ ਵੀ ਜੀਵ ਨੇ ਉਹ ਸਾਰੇ ਮੁਕਤ ਹੋ ਜਾਣੇ ਚਾਹੀਦੇ ਸਨ, ਮਿਰਗ ਇਤਿਆਦਿਕ, ਪਰ ਐਸਾ ਨਹੀਂ ਹੁੰਦਾ। ਇਸ ਵਾਸਤੇ ਕਿਆ ਨਾਂਗੇ ਕਿਆ ਬਾਂਧੇ ਚਾਮ। ਜਬ ਨਹੀਂ ਚੀਨਸ ਆਤਮ ਰਾਮ। ਨਾ ਕਿਸੇ ਦੇ ਨੰਗੇ ਰਹਿਣ ਨਾਲ ਕੋਈ ਫਰਕ ਪੈਂਦਾ, ਨਾ ਕਿਸੇ ਦੇ ਬਸਤਰ ਪਹਿਰਨ ਨਾਲ ਫਰਕ ਪੈਂਦਾ। ਬਾਂਦੇ ਚਾਮ ਦੇ ਅਰਥ ਇਹ ਹੀ ਨੇ ਵੀ ਜੇ ਤੂੰ ਉਂਝ ਕੱਪੜੇ ਨਹੀਂ ਪਾਏ ਤੇ ਤੇਰੀ ਆਤਮਾ ਨੂੰ ਤੇ ਆਲਰੇਡੀ ਨਿਰੰਕਾਰ ਨੇ ਸਰੀਰ ਰੂਪੀ ਪੋਸ਼ਾਕ ਪਾ ਕੇ ਹੀ ਭੇਜਿਆ। ਇਹ ਠੀਕ ਹੈ ਵੀ ਅਸੀਂ ਕੱਪੜਿਆਂ ਦੇ ਕੱਪੜੇ ਈਜ਼ਾਦ ਕਰ ਲਏ, ਕੋਈ ਹਰਜ ਨਹੀਂ, ਪਰ ਬਾਣੀਕਾਰ ਤੇ ਸਰੀਰ ਨੂੰ ਹੀ ਕੱਪੜ ਰੂਪ ਸੁਹਾਵਣਾ ਕਹਿੰਦੇ ਨੇ ਨਾ। ਇਹ ਵੀ ਤੇ ਕੱਪੜਾ ਹੈ ਨਾ। तो ऐसा नहीं बई नंगे रहना, जे कोई उंज जुड़दा अंदरों तो बस्तर नहीं पैरदा तो उन्होंने प्राप्ति नहीं होनी। खंडन इस गल नूं कर रहे ने सतगुरु सच्चे पातशाह, खंडन इस गल दा कर रहे ने भाई सिर्फ नंगे रहना और कहना प्रभु प्राप्त हो जाएगा, नहीं, सिर्फ ऐसा करने नाल नहीं हुंदा। क्योंकि उंज महाराज ने किते किते इशारे मात्र बचन इस तरह के भी कीते ने भी नगन फिरत रंग एक कह वो शोभा पावे। नगन फिरत रंग एक कह, जदों सरमद बारे पता लगा ना भी एक तो वो अनल हक कहणों नहीं हटदा, अनल हक मैं खुदा हाँ। ये संस्कृत वाले विद्वानों नूं अहम ब्रह्मास्मि कहंदे ने। अहम मैं ब्रह्मास्मि, ब्रह्म हाँ। इस्लाम विच वो कहंदे ने अनल हक। तो औरंगजेब बड़ा कट्टड़ सी, उन्होंने पता लगा भी वो सरमद ते अनल हक कहंदा। और होर सुनो बादशाह सलामत कपड़े नहीं पांदा, तो कह लगे लियाओ उन्होंने पकड़ के लियांदा। कुछ उहदे नाल विचार वटांदरा होया भी तू अनल हक क्यों कहना। तो उन्हें कहा भी मैनू तुसी जिथे मैं पहुंच चुका वा उतों घसीट के थले क्यों लियाउंदे हो। तो फिर उन्हें की कीता भी इशारा किया, उहदे नाप दा चोगा पहलां तो तैयार करवाया सी। तो एक सेवादार जिहड़ा सी वो ट्रे दे विच रेशमी बहुत ही बेशकीमती बस्तर जिहड़े ने
ਉਹ ਸਰਮੱਦ ਵਾਸਤੇ ਲੈ ਕੇ ਆਇਆ। ਔਰੰਗਜ਼ੇਬ ਨੇ ਕਿਹਾ ਵੀ ਇਹਨਾਂ ਨੂੰ ਧਾਰਨ ਕਰ ਲੈ, ਨੰਗਾ ਨਾ ਰਿਹਾ ਕਰ, ਇਹ ਅਸਭਿਅਕ ਗੱਲ ਹੈ, ਕੱਪੜੇ ਪਾ ਕੇ ਰੱਖਿਆ ਕਰ। ਆਖਣ ਲੱਗਾ ਬਾਦਸ਼ਾਹ ਸਲਾਮਤ, ਇੱਕ ਕੋਲਾ ਮਿਲ ਸਕਦਾ? ਕੋਲਾ ਮੰਗਦਾ ਹੋਇਆ ਮਿਲ ਜਾਏਗਾ। ਕੋਲਾ ਹਾਜ਼ਰ ਕੀਤਾ ਜਾਏ, ਉਸ ਵੇਲੇ ਕੋਲਾ ਲੈ ਆਂਦਾ। ਔਰ ਇਹ ਸ਼ਰੇ ਬਾਜ਼ਾਰ, ਸ਼ਰੇ ਦਰਬਾਰ ਹੋਇਆ, ਸਾਰੇ ਲੋਕ ਦੇਖ ਰਹੇ ਸਨ। ਖਚਾ ਖਚ ਕਚਹਿਰੀ ਭਰੀ ਹੋਈ ਸੀ। ਅੱਜ ਸਰਮੱਦ ਦੀ ਪੇਸ਼ੀ ਹੈ। ਤਾਂ ਕਹਿੰਦੇ ਨੇ ਵੀ ਉਹਨੇ ਜ਼ਮੀਨ ਤੇ ਕੋਲਾ ਰੱਖਿਆ, ਉੱਤੇ ਰੇਸ਼ਮੀ ਬਸਤਰ ਰੱਖ ਕੇ ਫੂਕ ਮਾਰ ਦਿੱਤੀ, ਸਾੜ ਦਿੱਤਾ। ਔਰੰਗਜ਼ੇਬ ਕਹਿਣ ਲੱਗਾ ਇਹ ਕੀ ਕੀਤਾ ਹੈ? ਤਾਂ ਕਹਿਣ ਲੱਗਾ ਬਾਦਸ਼ਾਹ, ਜਿਹੜੀਆਂ ਚੀਜ਼ਾਂ ਵੇਖਣ ਤੇ ਦਿਲ ਨਾ ਕਰੇ, ਜਿਹੜੀਆਂ ਚੀਜ਼ਾਂ ਚੋਂ ਬਦਬੂ ਆਵੇ ਨਾ, ਉਹਨਾਂ ਨੂੰ ਲੋਕੀ ਢੱਕ ਕੇ ਲੈ ਕੇ ਜਾਂਦੇ ਨੇ, ਦੂਰ ਸੁੱਟ ਕੇ ਆਉਂਦੇ ਨੇ, ਘ੍ਰਿਣਾ ਨਾ ਆਵੇ। ਜਿਹੜੀਆਂ ਚੀਜ਼ਾਂ ਵੇਖਣ ਤੇ ਦਿਲ ਕਰਦਾ ਨਾ, ਖੁਸ਼ਬੂ ਆਵੇ ਨਾ, ਉਹਨਾਂ ਨੂੰ ਲੋਕੀ ਖੋਲ ਕੇ ਸੁੰਘਦੇ ਨੇ। ਮੇਰੇ ਕੋਲ ਲੁਕਾਉਣ ਵਾਸਤੇ ਕੁਝ ਨਹੀਂ, ਮੇਰੇ ਕੋਲ ਬਦਬੂ ਕੁਛ ਨਹੀਂ ਗੀ, ਮੈਂ ਕਿਉਂ ਢੱਕਾਂ? ਇਹ ਉਹਦੀ ਆਪਣੀ ਮਸਤੀ ਸੀ। ਕੋਈ ਇਸ ਤਰ੍ਹਾਂ ਦਾ ਹੋਵੇ ਤੇ ਉਹਦੀ ਵੱਖਰੀ ਗੱਲ ਹੈ, ਉਹ ਪ੍ਰਵਾਨ ਹੈ। ਮੈਂ ਇਹ ਵੀ ਅਰਜ਼ ਕਰਦੇ ਹਾਂ, ਇੱਕ ਪਾਸੜ ਗੱਲ ਨਾ ਮੈਂ ਕਰਾਂ, ਪਰ ਸਿਰਫ ਪੱਲੇ ਕੁਛ ਵੀ ਨਹੀਂ, ਹੋਰ ਕੋਈ ਗੁਣ ਨਹੀਂ, ਕੋਈ ਪਤਾ ਨਹੀਂ, ਪਰ ਕੱਪੜੇ ਲਾ ਕੇ ਬੰਦਾ ਬੈਠ ਜਾਏ ਵੀ ਇਹਦੇ ਨਾਲ ਰੱਬ ਦੀ ਪ੍ਰਾਪਤੀ ਹੋ ਜਾਏਗੀ, ਤੇ ਐਸਾ ਨਹੀਂ ਹੋ ਸਕਦਾ। ਕੇਵਲ ਨਗਨ ਰਹਿਣ ਨਾਲ ਜੇ ਪ੍ਰਾਪਤੀ ਹੁੰਦੀ ਹੋਵੇ ਤੇ ਬਨ ਕਾ ਮਿਰਗ ਮੁਕਤ ਸਭ ਹੋਣ। ਨਗਨ ਫਿਰਤ ਰੰਗ ਏਕ ਹੈ, ਰੰਗ ਪਿਆਰ, ਇੱਕ ਦੇ ਪਿਆਰ ਵਿੱਚ ਕੋਈ ਨੰਗਾ ਵੀ ਤੁਰਿਆ ਫਿਰੇ, ਉਹ ਸ਼ੋਭਾ ਪਾਵੇ। ਪਾਟ ਪਟੰਬਰ ਬਿਰਥਿਆ ਜੇ ਰਚ ਲੋ ਭਾਵੇ। ਬੜੇ ਕੀਮਤੀ ਬਸਤਰ ਪਾਏ ਹੋਏ ਨੇ, ਨਾਮ ਨਹੀਂ ਜਪਦਾ, ਤੇ ਸੋਹਣੇ ਕੱਪੜੇ ਪਾਉਣ ਨਾਲ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ। ਸਾਧਨ ਉਸ ਨੂੰ ਚੀਨਣ ਦਾ ਹੈ। ਜਿਸ ਤਰ੍ਹਾਂ ਕਬੀਰ ਸਾਹਿਬ ਨੇ ਦੱਸਿਆ, ਕਿਆ ਨਾਂਗੇ ਕਿਆ ਬਾਂਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਚੀਨਸ ਮੈਨੇ ਇਹ ਚੀਨਣਾ ਕਹਿੰਦੇ ਨੇ, ਜਿਹਨੂੰ ਆਪਾਂ ਪੰਜਾਬੀ ਚ ਪਹਿਚਾਨਣਾ ਕਹਿੰਦੇ ਆ। ਪਹਿਚਾਨਣਾ, ਜਦੋਂ ਤੱਕ ਤੂੰ ਰੱਬ ਨੂੰ ਨਹੀਂ ਪਹਿਚਾਣਦਾ, ਭਾਵ ਜਦੋਂ ਤੱਕ ਤੇਰੀ ਰੱਬ ਨਾਲ ਜਾਣ ਪਹਿਚਾਨ ਨਹੀਂ ਗੀ। ਹੁਣ ਗੁਰਮੁਖ ਪਿਆਰਿਓ, ਜੇ ਰੱਬ ਨਾਲ ਜਾਣ ਪਹਿਚਾਨ ਕਰਨੀ ਹੋਵੇ ਤਾਂ ਕੀ ਤਰੀਕਾ ਹੈ? ਕਬੀਰ ਸਾਹਿਬ ਨੇ ਤੇ ਇਸ਼ਾਰਾ ਕਰ ਦਿੱਤਾ ਵੀ ਇਸ ਤਰ੍ਹਾਂ ਗੱਲ ਬਣਨੀ ਹੈ। ਹੁਣ ਜਾਣ ਪਛਾਣ ਕਿਵੇਂ ਬਣੇ? ਤੁਹਾਡਾ ਸਿਰਫ 1 ਮਿੰਟ ਜ਼ਾਇਆ ਹੋਵੇਗਾ, ਮੈਂ ਬੇਨਤੀ ਕਰਦੇ ਹਾਂ। ਰੱਬ ਨਾਲ ਜਾਣ ਪਛਾਣ ਕਰਨ ਦਾ ਤਰੀਕਾ ਹੈ ਵੀ ਪਹਿਲਾਂ ਗੁਰੂ ਨਾਲ ਜਾਣ ਪਛਾਣ ਹੋਵੇ, ਤੇ ਗੁਰੂ ਨਾਲ ਜਾਣ ਪਛਾਣ ਦਾ ਕੀ ਤਰੀਕਾ ਹੈ ਜੀ? ਜਦੋਂ ਕਲਗੀਧਰ ਪਾਤਸ਼ਾਹ ਨੇ ਹਜੂਰ ਸਾਹਿਬ ਨਾਂਦੇੜ ਦੀ ਧਰਤੀ ਤੇ ਸਿੱਖ ਸੰਗਤਾਂ ਨੂੰ ਇਕੱਤਰ ਕਰਕੇ ਫਰਮਾਇਆ ਵੀ ਸਾਧ ਸੰਗਤ, ਹੁਣ 5 ਭੂਤਕ ਸਰੀਰ ਛੱਡਣ ਦਾ ਸਮਾਂ ਆ ਗਿਆ ਹੈ। ਤਾਂ ਸੰਗਤਾਂ ਬੇਬਲ ਹੋ ਗਈਆਂ, ਕਈਆਂ ਦੀਆਂ ਤੇ ਭੁੱਬਾਂ ਨਿਕਲ ਗਈਆਂ। ਕਿਸ ਤਰ੍ਹਾਂ ਦਾ ਵਾਤਾਵਰਨ ਹੋਵੇਗਾ ਅਨੁਮਾਨ ਲਗਾਇਆ ਹੀ ਜਾ ਸਕਦਾ ਹੈ। ਤਾਂ ਮਹਾਰਾਜ ਪਹਿਲੇ ਗੁਰੂ ਨਾਨਕ ਸਾਹਿਬ ਤੋਂ ਹੁਣ ਤੱਕ ਜਦੋਂ ਵੀ ਕੋਈ ਗੁਰੂ ਸਾਹਿਬ ਜੋਤੀ ਜੋਤ ਸਮਾਉਂਦੇ ਸਨ, ਸਾਨੂੰ ਕਿਸੇ ਦੇ ਲੜ ਲਾ ਕੇ ਜਾਂਦੇ ਸਨ। ਸਾਨੂੰ ਕਿਹਦੇ ਲੜ ਲਾ ਚੱਲੇ ਹੋ? ਤਾਂ ਹਜ਼ੂਰ ਨੇ ਜੋ ਬਚਨ ਕਹੇ ਉਹਨਾਂ ਨੂੰ ਕਾਵ ਰੂਪ ਦਿੱਤਾ ਗਿਆਨੀ ਗਿਆਨ ਸਿੰਘ ਨੇ ਤੇ ਰਤਨ ਸਿੰਘ ਭੰਗੂ ਨੇ। 2 ਪੰਥ ਪ੍ਰਕਾਸ਼ ਨੇ, ਇੱਕ ਪ੍ਰਾਚੀਨ ਤੇ ਇੱਕ ਨਵੀਨ। ਜਿਹੜਾ ਤੁਸੀਂ ਦੋਹਾ ਪੜ੍ਹਦੇ ਹੋ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਤਾਂ ਸਿੱਖ ਕਹਿਣ ਲੱਗੇ ਸੱਚੇ ਪਾਤਸ਼ਾਹ ਚਲੋ ਇਹ ਤੇ ਠੀਕ ਹੈ, ਹੁਣ ਤੇ ਜਦੋਂ ਕੋਈ ਗੱਲਬਾਤ ਹੋਵੇ, ਕੋਈ ਘਰੇਲੂ ਸਮੱਸਿਆ ਹੋਵੇ, ਕਿਸੇ ਵੇਲੇ ਮਨ ਰਾਜੀ ਨਾ ਹੋਵੇ, ਤੇ ਅਸੀਂ ਤੁਹਾਡੇ ਨਾਲ ਗੱਲਾਂ ਕਰ ਲੈਂਦੇ ਹਾਂ, ਤੁਹਾਡੇ ਤੋਂ ਪੁੱਛ ਲੈਂਦੇ ਹਾਂ। ਤੇ ਜੇ ਤੁਹਾਡੇ ਜੋਤੀ ਜੋਤ ਸਮਾਨ ਤੋਂ ਬਾਅਦ ਤੁਹਾਡੇ ਨਾਲ ਗੱਲਾਂ ਕਰਨ ਤੇ ਦਿਲ ਕਰੇ, ਫਿਰ ਅਸੀਂ ਕੀ ਕਰੀਏ? ਤਾਂ ਮਹਾਰਾਜ ਕਹਿਣ ਲੱਗੇ, ਜੋ ਮਮ ਸਾਥ ਚਾਹੇ ਕਰ ਬਾਤਾਂ, ਜੋ ਮਮ ਸਾਥ ਮੇਰੇ ਨਾਲ ਚਾਹੇ ਕਰ ਬਾਤਾਂ, ਗੱਲਾਂ ਕਰਨੀਆਂ ਚਾਹਵੇ, ਉਹ ਕੀ ਕਰੇ? ਗ੍ਰੰਥ ਜੀ ਪੜ੍ਹੇ ਵਿਚਾਰੇ ਸਾਥਾਂ, ਵਿਚਾਰ ਨਾਲ ਪੜ੍ਹੇ। ਬਿਨਾਂ ਵਿਚਾਰੇ ਹੀ ਕਈ ਵਾਰ ਆਪਾਂ ਪੜ੍ਹੀ ਜਾਂਦੇ ਹਾਂ ਨਾ ਕਾਲੀ ਕਾਲੀ, ਤਾਂ ਉਹ ਵੀ ਠੀਕ ਹੈ, ਭਾਗਾਂ ਵਾਲਿਆਂ ਦੇ ਹਿੱਸੇ ਆਉਂਦਾ ਪਿਆਰਿਓ।
पर जे विचार के पढ़िए तो फिर उसका मुकम्मल लाभ हुंदा है। जिस तरह किसी साइन बोर्ड नूं असीं निगाह मार लईए, अंडरस्टूड ना करिए, वो साइन बोर्ड साडी हैल्प नहीं कर सकता। किसी ओबड़ थां ते होईए ना तो असीं एक्सीलेटर तो थोड़ा जिहा पैर ढिला करके भी थोड़ी गड्डी रुक जाए, घट स्पीड च हो जाए, चंगी तरह मैं साइन बोर्ड पढ़ ला, क्योंकि अगे चौंक आ गया, साइन बोर्ड हुण पता नहीं किहड़े पासे जाना, मैं गलत पासे ना चला जा। थोड़ा जिहा एक्सीलेटर तो सियाणा बंदा पैर हटा लैंदा ताकि मैं हिसाब ला सकां किधर ओबड़ जगह दी। अपने शहर ते पता ही हुंदा। इस तरह सानू थोड़ा जिहा पाठ करदियां करदियां रुक जाना चाहिए, स्पीड स्लो कर लेनी चाहिए, समझ लेना चाहिए। रहाओ की है? रुको। रहाओ का मतलब है इनू पढ़ के लंघ ना जाओ, रुको, इनू चंगी तरह विचारो, निठ के बैठ के विचारो। इहदे विच केंद्री भाव है शब्द का। जो मम साथ चाहे कर बातां, लिखिया ग्रंथ जी पढ़े विचारे साथां। विचार सहित ग्रंथ जी नू पढ़े भाई, काली काली ना पढ़े, बिना विचार तो ही अगे ना लंघ जाए। यह है परमात्मा नू पहचानना। क्या नांगे क्या बांधे चाम, जब नहीं चीनस आत्म राम। जदों तू अपने अंदरों परमात्मा नू नहीं पहचानदा, जदों तक तेनू ये गल समझ नहीं आउंदी भी जो ब्रह्मंड है सोई पिंड है, जो खोजै सो पावे। ये ठीक है भी असी अहम ब्रह्म अस्मि नहीं कहना, अनल हक नहीं कहना, पर एक गल समझ लेना भी तू खुद भी परमात्मा का सरगुण स्वरूप है, तू ही परमात्मा है। एक ओदा निर्गुण स्वरूप है जिदे च कोई चक्कर चेन अर बरन जात अर पात नहन, जे रूप रंग अर रेख बेख को कह ना सकते। हुण ते सिखां ने ते टावियां नूं छड्ड के सिखां ने ते जाप साहब का पाठ ही छड्ड दिता है। जाप साहब का की नितनेम ही छड्ड दिता है। ਇਹਦੇ ਵਿੱਚ बहुत बरकतां ने भाई गुरमुख प्यारिओ। नितनेम सानू जरूर करना चाहिए। गुरु कृपा करे। क्या नांगे क्या बांधे चाम, जब नहीं चीनस आत्म राम। मूंड मुंडाए जो सिद्ध पाई। हुण वेखो प्रभु प्राप्ति दे किदां किदां दे साधन लोकी करदे सन। कईयां ने नंगे रहना शुरू कर दिता, कईयां ने की करना सिर मना लेना। वो भी इन्हां विच ही ज़्यादा रिवाज सी। की करदे सन भी सिर नूं किसे उस्तरे इत्यादक नाल नहीं सन मुन्नदे। बैठ जांदा सी एक जना थल्ले, एक जना कोल, उच्ची थां ते बैठ कोल एक कटोरे विच स्वाह पा लैंदे सन। सच्ची मुच्ची थोड़ा जिहा चुटकी नूं स्वाह ला लैनी है, मेरा हथ तिलके ना, इकल्ला इकल्ला केस करके हाथ च फड़ के झटका मार के पुटना है। दर्द हुंदा है, उन्हें सी करनी, तो जिहड़ा पुटदा है उन्हें कहना अब दुख फिर सुख, अब दुख फिर सुख। ਇਹਦੇ ਪਿੱਛੇ भी भावना होई सी। ਜੂਆਂ ਪੈਣਗੀਆਂ, फिर तुसी ਜੂਆਂ ਕੱਢੋਗੇ, मारोगे, पाप लगेगा, फिर तुसी ਜੂਆਂ बनोगे, इंसान बनेगा, फिर तुहानू ये मारेगा, फिर तुसी इदां करोगे, सिलसिला लम्मा चलेगा। सिखिज्म ने कहा भी ਜੂਆਂ क्यों ਪੈਣਗੀਆਂ, ਇਹਨੂੰ ਵਧੀਆ शैंपू नाल धोवो, सोहणे सोहणे खुशबूदार तेल लाओ, कंघा करो, सोहना दस्तारा सजाओ ताकि ਇਹਦੇ ਚ मिट्टी घट्टा ना पवे। ਇਹਦਾ हल है ना। ਜੂਆਂ क्यों ਪੈਣਗੀਆਂ? ते जे पैणगियां भी तो ये नैचुरल एक क्रिया है। अंडज, जेरज, उत्पुज ते सेतज। कुछ जीव अंडिया नहीं पैदा होंदे ने, कुछ अंडज, कुछ जेरज, जेर राई गां ते मझ सूए मगरों जेर भी सुटदी है। उत्पज ते सेतज। उत्पज धरती दा, धरती चों जिन्ना कुछ निकलदा पसीने नाल ही निकलदा ना प्यारिओ। साडे भी पसीने विचों कई बार जीव निकलते हैं। वो जो इशनान करने आ, शैंपू बॉडी वाश लाने आ तो रिमूव हो जाते हैं, पर जीव निकलते हैं। खैर ये नैचुरल क्रिया है, ये पाप कादा है। हुण मैं तुहाडे सामने बोल रहा, तुहाडे विच कोई मैडिकल साइंस नाल रिलेटेड बंदा बैठा होवे, 1 घंटा बोलण नाल कई अरब जीवां की हत्या हो गई है। लख नहीं, करोड़ नहीं,
कई अरब जीवां की हत्या हो गई है। हुण होण दिओ, ये नैचुरल है, इनू किदां रोकिया जा सकता है? पर उन्होंने मूँह ते भी पट्टी बन लई, उन्होंने हत्थ च भी झाड़ू फड़ लिया। एक जना अगे तुरदा हटांदा जांदा है और दूजे कतार बना के पीछे तुरदे ने। तो गुरु नानक साहब ने माझ की वार दा सब तो अंतला श्लोक, सिर खोहाए पीएं मल वाणी, झूठा मंग मंग खाई, फोल फदीहत मूँह लैण पड़ासा, पानी देख संगाही, भेडां वांगी सिर खोआएन, टब्बर रोवण धाई। बहुत कुछ ਉਹਦੇ ਵਿੱਚ बड़े कर्मकांडां दा मैंशन किया है। हुण ਇਹ भी एक प्रभु प्राप्ति का तरीका सी भी सिर नूं बिल्कुल शरीर दे उत्ते कोई केस नहीं छड्डना, ना मशहरे ना दाड़ा ना उतले, सारे एक एक करके पुट देने, रुंड मुंड कर देना, नाले कहना अब दुख अब फिर सुख। हजूर कह लगे जे ऐसा करने नाल होवे ते भेडां दा जिहड़ा मालक है लालच वस बड़ा रगड़ के उन्हां दी उन्न लांदा है, फिर ते सारियां भेडां मुक्त हो जाणियां चाहीदियां ने, पर भेडां मुक्त होंदियां कोई नहीं गियां। कलगियां वाले ने भी इस संबंध च बचन उचारे ने ना, 33 सवैये ते 20 कबित मिशनरी कालजां दे प्रास्पैक्ट विच ने कलगीधर पातशाह दे। सवैयां दी शुरुआत हुंदी है जागत जोत जपै निसबासर तो, ते कवितां दी शुरुआत हुंदी है खूक मलहारी, गज गधा विभूत धारी, गीदुआ मसान बास करो ही करत है, घुग्गू बट बासी लगे डोलत, उदासी मृग तरवर सदीव मोन साधे ही मरत है। बिंद के सदैया ताए हीज की बढ़ैया देत, बांदरा सदीव पाए नांगे ही फिरत है, अंगना अधीन काम क्रोध में प्रवीण, एक ज्ञान के विहीन छीन कैसे खै तरत है। एक कविते कलगियां वाले दा। खूक मलहारी, गज गधा विभूत धारी। हुण सूर गंदगी खांदा है, एक साडे संप्रदाय अजे भी और जिहड़ी मैं अगली गल कहन लगा तुसीं सुन के बिलीव नहीं करोगे, अगोई कहंदे ने उन्हां, वो गंदगी खांदे ने, कोई साफ सुथरा पदार्थ नहीं खांदे। बड़ी लंबी चौड़ी फिलासफी है भी क्यों खाने इदू ज़्यादा तुहाडे तो बर्दाश्त नहीं होना जे मैं दस्सिया भी किद्दां खांदे ने, की खांदे ने, इशारा काफ़ी है। तो महाराज कहंदे ने गंदगी खाण नाल रब दी प्राप्ति हुंदी होवे ते सूर गंदगी खांदा सारी उम्र सूर नूं मुक्ति मिल जानी। नहीं बई, साफ सुथरे पदार्थ ने, ताजे पदार्थ ने, फल ने, सब्जियां ने, ड्राई फ्रूट है, होर चीज़ां वस्तुआं ने, चंगे तो चंगे पदार्थ जिहड़े ने वो तू छक। नानक सो प्रभ सिमरिए तिस देही को पाल, यदि पालना कर तां तू रीढ़ दी हड्डी सीधी करके नाम जपेगा, बाणी पढ़ेगा, सेवा करेगा। जे इनू पूरी खुराक नहीं देगा, संतुलित आहार नहीं देगा, ये सेवा करनों रह जाएगा। तू क्यों गंदमंद खाए? तो सानू हजूर ने उपदेश बख्शिश किया। कलगीधर पातशाह कह लगे खूक मलहारी, गज गधा विभूत धारी। जे केवल पिंडे ते स्वाह मलन नाल रब प्राप्त हुंदा होवे, गज हाथी गधा खोता ये ते अपने पिंडे ते मिट्टी लांदे ना। देखो गधा ते लेटदा है ते हाथी लेटदा नहीं, वो की करदा सुन नाल मिट्टी चुक चुक के उत्ते पांदा है। विभूत धारी ते वो भी हो गया। रे मन ऐसो कर सन्यासा, बन से सदन सबे कर समझो, मन ही माहे उदासा। जत की जटा जोग के मज्जन, नेम के नखन बढ़ावो। ज्ञान गुरु आत्म उपदेशो, नाम विभूत लगावो। नाम दी विभूति, नाम दी स्वाह पिंडे ते मलो। ये ना मलो स्किन खराब कर लोगे, तुहाडे कोल नहीं किसे बैठना, इत्थे स्वाह मली फिरदा। खूक मलहारी, गज गधा विभूत धारी। ते कुछ लोग मसाणा विच वास कर लैंदे ने। हजूर कहन लगे गीदुआ मसान वास करियो ही करत है। जे मसाणा विच रहन नाल रब प्राप्त हुंदा होवे ते फिर इन्हां नूं हो जाना चाहिए, हुंदा ते कोई नहींगा। एक जीव है, उहदा नाम तुसीं सुनिया होवेगा बिज्जू। बिज्जू ये जदों बोलदा ना, इस तरह लगता जिवें कोई इंसान बड़ा दुखी है ते वो हाय हाय कर रहा है। ये पता कित्थे हुंदे? जिथे ज़्यादातर गरीब मुसलमानों की जनता होंदी। तुसीं कहोगे
ਗਰੀਬ ਮੁਸਲਮਾਨਾਂ ਨਾਲ ਬਿੱਜੂ ਦਾ ਕੀ ਸੰਬੰਧ ਹੈ? ਤੋ ਜਿਹੜੇ ਤੇ ਅਮੀਰ ਨੇ, ਮੈਂ ਉਹਨਾਂ ਦੀਆਂ ਕਬਰਾਂ ਦੇਖੀਆਂ ਨੇ, ਬੜੇ ਸੋਹਣੇ ਢੰਗ ਨਾਲ ਥੱਲੇ ਉਹਨਾਂ ਨੂੰ ਉਹ ਕਈ ਵਾਰਾਂ ਇਜਾਦ ਕਰਦੇ ਨੇ, ਉਹਦੇ ਵਿੱਚ ਕੋਈ ਜੀਵ ਨਹੀਂ ਪ੍ਰਵੇਸ਼ ਕਰ ਸਕਦਾ। ਪਰ ਆਮ ਜਿਹੜਾ ਗਰੀਬ ਗਰੂਬ ਹੈ ਉਂਝ ਹੀ ਉਹ ਟੋਇਆ ਝਟਪਟ ਪੁੱਟ ਕੇ ਤੇ ਉਹਦੇ ਵਿੱਚ ਲਟਾ ਕੇ ਲੂਣ ਲਾਣ ਜਿਹਾ ਪਾ ਕੇ ਭਰਾ ਹੁੰਦੇ ਨੇ। ਇੱਕ ਜਾਨਵਰ ਹੈ ਜਿਹੜਾ ਮਰੇ ਹੋਏ ਜੀਵ ਹੀ ਸਿਰਫ ਖਾਂਦਾ ਹੈ, ਤਾਜ਼ਾ ਮਾਸ ਨਹੀਂ ਖਾ ਸਕਦਾ, ਉਹਨੂੰ ਬਿੱਜੂ ਕਹਿੰਦੇ ਨੇ। ਉਹ ਫਿਰ ਆਮ ਤੌਰ ਤੇ ਇਹਨਾਂ ਕਬਰਸਤਾਨਾਂ ਦੇ ਵਿੱਚ ਲੁੱਕ ਲੱਗ ਕੇ ਰਹਿੰਦੇ ਨੇ, ਜ਼ਮੀਨ ਵਿੱਚ ਵੀ ਪ੍ਰਵੇਸ਼ ਕਰ ਜਾਂਦੇ ਨੇ। ਉਹ ਫਿਰ ਕਹਿੰਦੇ ਜੀ ਕਬਰਾਂ ਦੇ ਕੋਲੋਂ ਲੰਘਿਆਂ ਬੜੀਆਂ ਭਿਆਨਕ ਆਵਾਜ਼ਾਂ ਆਉਂਦੀਆਂ ਨੇ, ਇੱਥੇ ਭੂਤ ਪ੍ਰੇਤਾਂ ਦਾ ਵਾਸਾ ਹੈ। ਅਸਲ ਵਿੱਚ ਉਹ ਇਨਸਾਨੀ ਆਵਾਜ਼ ਹੁੰਦੀ ਹੈ, ਉਹਦੀ ਬਿਲਕੁਲ ਇਨਸਾਨਾਂ ਵਰਗੀ ਹੁੰਦੀ ਹੈ। ਤੁਸੀਂ ਕਿਤੇ ਸੁਣੋ ਨਾ ਤੇ ਇੰਜ ਲੱਗੇਗਾ ਜਿਵੇਂ ਕੋਈ ਬੜਾ ਦੁਖੀ ਇਨਸਾਨ ਜਿਹੜਾ ਵਿਰਲਾਪ ਕਰ ਰਿਹਾ ਹੈ, ਹਾਏ ਹਾਏ, ਇਸ ਤਰ੍ਹਾਂ ਦੀ ਆਵਾਜ਼। ਕੋਈ ਭੂਤ ਪ੍ਰੇਤ ਨਹੀਂ ਹੁੰਦਾ ਉੱਥੇ, ਉਹ ਬਿੱਜੂਆਂ ਦੇ ਬੋਲਣ ਦੀ ਆਵਾਜ਼ ਹੁੰਦੀ ਹੈ। ਕਿਉਂਕਿ ਜਿਹੜੇ ਨਿਡਰ ਲੋਕ ਨੇ ਉਹਨਾਂ ਕੀ ਕੀਤਾ, ਜਦੋਂ ਲੋਕਾਂ ਦੱਸਿਆ ਤੇ ਉਹ ਕੈਮਰੇ ਲੈ ਕੇ ਪਹੁੰਚ ਗਏ। ਉਹ ਕਹਿਣ ਲੱਗੇ ਸਾਨੂੰ ਵਿਖਾਓ, ਔਰ ਜਦੋਂ ਖੋਜ ਕੀਤੀ ਤੇ ਪਤਾ ਲੱਗਾ ਤੇ ਇਹ ਜੀਵ ਹੈ, ਇਨਸਾਨੀ ਆਵਾਜ਼ ਕੱਢਦਾ, ਹੋਰ ਕੁਛ ਵੀ ਨਹੀਂ। ਆਮ ਬੰਦਾ ਡਰ ਜਾਂਦਾ, ਫਿਰ ਵਹਿਮ ਭਰਮ ਪਾਲ ਲੈਂਦਾ, ਫਿਰ ਇਹ ਵਹਿਮਾਂ ਭਰਮਾਂ ਦੀ ਫਰਿਸ਼ਤ ਬੜੀ ਲੰਬੀ ਹੋ ਜਾਂਦੀ ਹੈ। ਪਿਆਰਿਓ, ਮੈਂ ਤਾਂ ਬੇਨਤੀ ਕੀਤੀ ਹੈ, ਖੂਕ ਮਲ ਹਾਰੀ ਗੱਜ ਗਦਾ ਵਿਭੂਤ ਧਾਰੀ ਗੀਦਵਾ ਮਸਾਨ ਬਾਸ ਕਰਿਓ ਹੀ ਕਰਤੈ ਘੁੱਗੂ ਮਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਰੁੱਖਾਂ ਵਿੱਚ ਵੀ ਜਿੰਦ ਹੈ, ਸਬਜ਼ੀਆਂ ਵਿੱਚ ਵੀ ਜਾਨ ਹੈ। ਕੱਲਾ ਮੁਰਗੇ ਵਿੱਚ ਜਾਨ ਨਹੀਂ ਵੀ ਇਹਨੂੰ ਕੱਟੀਏ ਤੇ ਪਾਪ ਲੱਗਦਾ। ਹੁਣ ਤੇ ਇੱਥੋਂ ਤੱਕ ਐਕਸਪੈਰੀਮੈਂਟ ਹੋ ਗਏ ਨੇ, ਸਬਜ਼ੀ ਵਿੱਚ ਵੀ ਬਨਸਪਤੀ ਵਿੱਚ ਵੀ ਜਾਨ ਹੈ। ਕਿਸੇ ਦੀ ਸੈਂਸਿਟੀਵਿਟੀ ਬਹੁਤ ਜ਼ਿਆਦੀ ਹੈ, ਕਿਸੇ ਦੀ ਸੰਵੇਦਨਸ਼ੀਲਤਾ ਥੋੜੀ ਘੱਟ ਹੈ। ਬਕਾਇਦਾ ਉਹ ਵੀ ਜੀਵ ਨੇ। ਮਹਾਰਾਜ ਕਹਿੰਦੇ ਜੇ ਕੋਈ ਮੱਠਾਂ ਵਿੱਚ ਰਵੇ ਪ੍ਰਭੂ ਪ੍ਰਾਪਤੀ ਘੁੱਗੂ ਮੱਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ, ਉਦਾਸ ਹੋ ਜਾਣਾ ਜੰਗਲਾਂ 'ਚ, ਇਹ ਤੇ ਮਿਰਗ ਵੀ ਰਹਿੰਦੇ ਨੇ। ਤਰਵਰ ਰੁੱਖ ਸਦੀਵ ਮੋਨ ਸਾਧੇ ਹੀ ਮਰ, ਜੇ ਮੋਨ ਧਾਰਨ ਨਾਲ ਪ੍ਰਭੂ ਪ੍ਰਾਪਤ ਹੋਵੇ ਤੇ ਰੁੱਖ ਤੇ ਰਹਿੰਦੇ ਹੀ ਮੋਨ ਨੇ, ਉਹਨਾਂ ਨੂੰ ਤੇ ਪ੍ਰਭੂ ਪ੍ਰਾਪਤੀ ਨਹੀਂ ਹੁੰਦੀ। ਬਿੰਦ ਕੇ ਸਦਈਆ ਤਾਂ ਇਹ ਹੀਜ ਕੀ ਬੜਾਈਆ। ਸਾਡੇ ਬਾਬਾ ਜੀ ਨੇ ਵਿਆਹ ਨਹੀਂ ਕਰਵਾਇਆ। ਬਈ ਤੁਹਾਡੇ ਬਾਬਾ ਜੀ ਨੇ ਨਾ ਕਰਵਾਇਆ ਹੋਵੇਗਾ, ਸਾਡੇ ਤੇ ਸਾਰੇ ਬਾਬਿਆਂ ਨੇ ਵਿਆਹ ਕਰਵਾਏ ਸਨ। ਕਿਉਂਕਿ ਉਹ ਉਹਨਾਂ ਦੇ ਵਿਚਾਰਧਾਰਾ ਇਹ ਸੀ ਵੀ ਜੇ ਸਾਡਾ ਬਾਪੂ ਵਿਆਹ ਨਾ ਕਰਾਂਦਾ ਤੇ ਅਸੀਂ ਸੰਸਾਰ 'ਚ ਕਿੱਥੋਂ ਆਉਂਦੇ। ਤੁਹਾਡੇ ਵਾਸਤੇ ਵਿਆਹ ਪਾਪ ਹੋਵੇਗਾ, ਸਾਡੇ ਵਾਸਤੇ ਤੇ ਵਿਆਹ ਜਿੱਡਾ ਵਧੀਆ ਕੰਮ ਹੀ ਕੋਨੀਗਾ। ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ ਸਗਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ। ਤੁਹਾਡੇ ਬਾਬਾ ਜੀ ਨੇ ਨਹੀਂ ਕਰਾਇਆ ਤੇ ਕੋਈ ਗੱਲ ਨਹੀਂ, ਪਰ ਕੇਵਲ ਵਿਆਹ ਨਾ ਕਰਾਉਣ ਨਾਲ ਪ੍ਰਭੂ ਪ੍ਰਾਪਤੀ ਨਹੀਂ ਹੋਣੀ। ਉਹਦੇ ਵਾਸਤੇ ਤੁਹਾਨੂੰ ਕੁਛ ਹੋਰ ਵੀ ਨਾਲ ਕਰਨਾ ਪੈਂਦਾ। ਕਬੀਰ ਜੋ ਗ੍ਰਹਿ ਕਰੈ ਤੋ ਧਰਮ ਕਰ, ਨਾਹੀ ਤ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾਂ ਕੋ ਵੱਡੋ ਅਪਾਗ। ਜੇ ਤੂੰ ਗ੍ਰਸਤੀ ਹੈ ਤੇ ਤੇਰੇ ਘਰੋਂ ਕੋਈ ਖਾਲੀ ਨਾ ਮੁੜੇ, ਤੇ ਜੇ ਤੂੰ ਵਿਰਾਗੀ ਹੈ ਫਿਰ ਤੇਰੇ 'ਚ ਕੋਈ ਬੰਧਨ ਵੀ ਨਹੀਂ ਹੋਣਾ ਚਾਹੀਦਾ। ਬੇਹੰਗਮ ਰਹਿ ਲੈ, ਤੈਨੂੰ ਥੋੜੀ ਜੀ ਆਗਿਆ ਦੇ ਦਿੱਤੀ ਗੁਰੂ ਗ੍ਰੰਥ ਸਾਹਿਬ ਨੇ, ਪਰ ਕੱਲੇ ਬੇਹੰਗਮ ਰਹਿਣ ਨਾਲ ਗੱਲ ਨਹੀਂ ਬਣਨੀ, ਫਿਰ ਤੂੰ ਸਾਰੀ ਪਕੜ ਢਿੱਲੀ ਕਰ ਦੇ। ਸੰਤ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਕਹਿੰਦੇ ਗ੍ਰਸਤੀ ਦਾ ਫੋਲੋ ਜੇਬ, ਗ੍ਰਸਤੀ ਦਾ ਗੀਜਾ ਫੋਲੋ, ਤੇ ਗ੍ਰਸਤੀ ਦੇ ਗੀਜੇ ਚੋਂ ਕੌਡੀ ਨਾ ਨਿਕਲੇ, ਰੁਪਈਏ ਨਾ ਨਿਕਲਣ। ਇਹ ਗ੍ਰਸਤੀ ਕੌਡੀ ਦਾ ਵੀ ਨਹੀਂ। ਕਿਉਂ? ਤੂੰ ਤੇ ਗ੍ਰਸਤੀ ਹੈ, ਤੈਨੂੰ ਤੇ ਪਲ ਪਲ ਤੇ ਇਹਨਾਂ ਦੀ ਲੋੜ ਹੈ, ਤੇਰੀ ਜੇਬ 'ਚ ਹੋਣੇ ਚਾਹੀਦੇ। ਤੇ ਵਿਰਾਗੀ ਦੀ ਜੇਬ ਫੋਲੀਏ, ਵਿੱਚੋਂ ਰੁਪਈਏ ਨਾ ਨਿਕਲਣੇ, ਵਿਰਾਗੀ ਵੀ ਕੌਡੀ ਦਾ ਨਹੀਂ। ਤੇਰੀ ਜੇਬ 'ਚੋਂ ਕੌਡੀ ਕਿਉਂ ਨਿਕਲ ਆਈ? ਤੂੰ ਤੇ ਤਿਆਗੀ ਹੈ, ਬੇਹੰਗਮ ਹੈ। ਪਰੰਦਾਏ ਨਾ ਗਿਰਾ ਜਰ ਦਰਖਤ ਤਾਬ ਆਸ ਕਰ, ਦਿਹੰਦ ਸੂਈ ਏਕ ਤੂੰ ਹੀ ਏਕ ਤੂੰ ਹੀ। ਪਰਿੰਦਿਆਂ ਕੋਲ ਨਾ ਕੋਈ ਪੌਕਟ ਮਨੀ ਹੁੰਦੀ ਹੈ, ਨਾ ਕੋਈ ਘਰ ਹੁੰਦਾ। ਦਰਖਤਾਂ ਪਾਣੀ ਦੀ ਆਸ ਦੇ ਉੱਤੇ ਜ਼ਿੰਦਗੀ ਬਸ਼ਰ ਕਰ ਜਾਂਦੇ ਨੇ। ਤੈਨੂੰ ਤੇ ਬੇਹੰਗਮ ਤੇ ਪੰਛੀ ਨੂੰ ਕਹਿੰਦੇ ਨੇ, ਤੇਰੀ ਜ਼ਿੰਦਗੀ ਤੇ ਪੰਛੀਆਂ ਵਰਗੀ ਹੋਣੀ ਚਾਹੀਦੀ। ਤੂੰ ਕਹਿੰਦਾ ਮੈਂ ਬੇਹੰਗਮ ਹਾਂ, ਤੇ ਬੇਹੰਗਮ ਦਾ ਕਰੈਕਟਰ ਇਸ ਤਰ੍ਹਾਂ ਦਾ ਹੁੰਦਾ ਹੈ।
खूक मलहारी गज गदा विभूत धारी गीदवा मसान बास करो ही करत है घुगू मट बासी लगे डोलत उदासी मृग तरवर सदी मोन साधे ही मरत है बिंद के सदैया ताए हीज की बढ़ैया देत। साडे बाबा जी बाल ब्रह्मचारी ने, ये बिंद के सदैया ने। ते कलगियां वाले पातशाह कहन लगे फिर जे बिंद के सदैया बड़े चंगे हुंदे ने ते खुसरा ते जमांदरू ही बिंद का सदैया हुंदा है, फिर ते सारियां तो उत्तम खुसरे होने चाहिए ने, पर कोई खुसरियां नूं उत्तम मनदा नहींगा। नंगे पैरी कई तुरे फिरदे ने, कईयां डेरियां ते तुसीं जाओ कहंदे बाबा जी जुत्ती नहीं पांदे। महाराज कह लगे बांदर सारी उम्र नंगे पैरी रहिंदा, बांदर नूं ते रब नहीं मिलदा। बंदरा सदीव पाए नांगे ही फिरत है अंगना अधीन काम क्रोध में प्रवीण। जिंदगी इस्त्रियां दे वस विच ही लंघ गई, काम क्रोध विच ही तू प्रवीण हो गया। एक ज्ञान के बिहून छीन कैसे खै तरत है। जदों तक तेरे कोल तत् ज्ञान नहीं आउंदा उदों तक ये उपरोक्त जिन्ने भी कर्म कांड ने इन्हां चों कोई कर्म कांड तेरा कुछ नहीं सवार सकदा। असल विच तैनूं इनफॉर्मेशन इकट्ठी करनी पैगी, ज्ञान इकट्ठा करना पएगा, फिर उन्होंने अपलाई करना पएगा, इंप्लीमेंट करना पएगा, फिर तू मंजिल ते पहुंचेगा। दूसरा कोई रास्ता नहीं है। इस वास्ते कहन लगे मूंड मुंडाए जो सिद्ध पाई मुक्ति भेड़ न गईया काई बिंद राख जो तरिए भाई खुसरे क्यों ना परमगत पाई। हुण अंत विच आप जी बख्शिश करदे ने कहो कबीर सुनो नर भाई। हे भरावो ध्यान नाल मेरी गल सुनो ते ओ गल ये है कि राम नाम बिन किन गत पाई। वैगुरु दे नाम तो बिना होर कोई कर्म कांड जिन्ना मर्जी कोई करी जाए बंदगी नहीं करता तो फिर कुछ भी नहीं। जदों तक हिंदसे दा एके तो लैके नाया तक ना वाहिए सामने जिन्नियां मर्जी सिफर पा दईए रकम नहीं बनती। पर जे एका पा के एक भी जीरो नाल पा दईए तो रकम 10-10 गुणा मल्टीप्लाई हो जाती है प्यारिओ, 10-10 गुणा। पर जे वो एका नहीं तो फिर सिफरां दी कतार भावें किलोमीटर लंबी हो जाए कोई रकम नहीं बनती। इस वास्ते बंदगी भजन नाम सिमरन दे उत्ते गुरमत ने साध संगत जोर दिता है। नानक कह कर केवल नाम और अवर काज तेरे किते न काम मिल साध संगत भज। सो इन्नियां बेनतियां साध संगत प्रवान करनियां, भुलां गलतियां दी खिमा बख्शनी जी।